सत श्री अकाल दोस्तों, अज दी वीडियो विच पृथ्वी सूरज परिवार दा अंग नाम दा चैप्टर डिस्कस करन जा रही हाँ। PS चैट ਪ੍ਰੀਖਿਆ ਦੀ ਤਿਆਰੀ ਕਰ ਰਹੇ स्टूडेंट्स खास करके SST एंड EVS वाले ਉਹ ਸਾਥੀ ਇਸ ਵੀਡੀਓ ਨੂੰ ਦੇਖ ਸਕਦੇ ਨੇ ਐਂਡ ਆਪਦੇ ਨੰਬਰ ਪੇਪਰਾਂ ਦੇ ਵਿੱਚ ਵਧਾ ਸਕਦੇ ਨੇ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਤੁਹਾਡੇ ਕੋਲ ਜਿਹੜਾ ਸਮਾਂ ਹੈਗਾ ਜੀ ਲਿਮਿਟਡ हैगा आ, इस करके आपां सिर्फ ते सिर्फ इंपॉर्टेंट चीज़ां उत्ते ही ध्यान देवांगे। अपने पाठ का नाम है पृथ्वी सूरज परिवार दा अंग। गल करते हैं ब्रह्मंड दी, जिन्हों तुसी यूनीवर्स कह दिंदे हो अंग्रेजी दे विच। यूनीवर्स दे विच किहड़ियां किहड़ियां चीज़ां आउंदियां ने, जिवें कि यूनीवर्स दे विच सूरज, ग्रह, धरती, चन्न, निक्के वड्डे तारे, धूड़, गैसां, ਇਹ ਸਾਰੀਆਂ ਚੀਜ਼ਾਂ ਬ੍ਰਹਿਮੰਡ ਦੇ ਵਿੱਚ ਆਉਂਦੀਆਂ ਨੇ। ਬ੍ਰਹਿਮੰਡ ਦੇ ਵਿੱਚ ਤੁਹਾਨੂੰ ਕੀ ਕੁਝ ਵੇਖਣ ਨੂੰ ਮਿਲਦਾ ਹੈ, ਜਿਵੇਂ ਕਿ ਤੁਹਾਨੂੰ ਇੱਕ ਗੈਲੈਕਸੀ ਵੇਖਣ ਨੂੰ ਮਿਲਦੀ ਹੈ ਜਿਹਨੂੰ ਆਕਾਸ਼ ਗੰਗਾ ਕਿਹਾ ਜਾਂਦਾ ਆ। ਇਹਦੇ ਵਿੱਚ ਤੁਹਾਨੂੰ ਸੂਰਜੀ ਪਰਿਵਾਰ, ਜਿਹਨੂੰ ਤੁਸੀਂ ਸੋਲਰ ਸਿਸਟਮ ਕਹਿੰਦੇ ਹੋ, ਉਹ ਵੇਖਣ ਨੂੰ ਮਿਲਦਾ ਹੈ। ਇਸ ਸੋਲਰ ਸਿਸਟਮ ਦੇ ਵਿੱਚ ਤੁਹਾਨੂੰ ਗ੍ਰਹਿ ਅਤੇ ਉਪਗ੍ਰਹਿ, ਗ੍ਰਹਿ ਤੁਸੀਂ ਪਲੈਨਟਸ ਨੂੰ ਕਹਿੰਦੇ ਹੋ, ਉਪਗ੍ਰਹਿ ਤੁਸੀਂ ਸੈਟੇਲਾਈਟਸ ਨੂੰ ਕਹਿ ਦਿੰਦੇ ਹੋ। ਉਸ ਤੋਂ ਬਾਅਦ ਤੁਹਾਨੂੰ ਛੋਟੇ ਗ੍ਰਹਿ ਵੇਖਣ ਨੂੰ ਮਿਲਦੇ ਨੇ। ਪੁੱਛਲ ਤਾਰੇ, ਜਿਹਨੂੰ ਤੁਸੀਂ ਧੂਮਕੇਤੂ ਕਹਿੰਦੇ ਹੋ, ਉਹ ਵੇਖਣ ਨੂੰ ਮਿਲਦੇ ਆ। ਉਲਕਾ ਪਿੰਡ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸੂਰਜੀ ਪਰਿਵਾਰ ਵਿੱਚ ਵੇਖਣ ਨੂੰ ਮਿਲਦੀਆਂ ਨੇ। ਐਂਡ ਸੂਰਜੀ ਪਰਿਵਾਰ ਤੁਹਾਨੂੰ ਗੈਲੈਕਸੀ ਜਾਂ ਫਿਰ ਆਕਾਸ਼ ਗੰਗਾ ਵਿੱਚ ਵੇਖਣ ਨੂੰ ਮਿਲਦਾ ਹੈ। ਐਂਡ ਆਕਾਸ਼ ਗੰਗਾ ਜਾਂ ਗੈਲੈਕਸੀ ਤੁਹਾਨੂੰ ਬ੍ਰਹਿਮੰਡ ਵਿੱਚ ਵੇਖਣ ਨੂੰ ਮਿਲਦੀ ਹੈ। ਤੇ ਆਕਾਸ਼ ਵਿੱਚ ਤੁਹਾਨੂੰ ਹੋਰ ਕਿਹੜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ, ਇਹਨਾਂ ਨੂੰ ਆਪਾਂ ਖਗੋਲ ਪਿੰਡ ਕਹਿੰਦੇ ਆ, ਸੈਲੈਸਟੀਅਲ ਬੋਡੀ। ਸੂਰਜ, ਗ੍ਰਹਿ, ਚੰਨ, ਨਿੱਕੇ ਵੱਡੇ ਅਣਗਿਣਤ ਚਮਕਦੇ ਤਾਰੇ, ਇਹਨਾਂ ਨੂੰ ਤੁਸੀਂ ਖਗੋਲ ਪਿੰਡ ਆਖਦੇ ਹੋ। ਖਗੋਲ ਦੀ ਸਟੱਡੀ ਕਰਨ ਵਾਲੇ, ਜਿਨ੍ਹਾਂ ਨੂੰ ਤੁਸੀਂ ਖਗੋਲ ਵਿਗਿਆਨੀ ਕਹਿੰਦੇ ਹੋ, ਜਿਹੜੇ ਸਟੱਡੀ ਕਰਦੇ ਹੈਗੇ ਆ ਆਕਾਸ਼ ਦੀ, ਪੁਲਾੜ ਦੀ, ਉਹਨਾਂ ਨੂੰ ਤੁਸੀਂ ਕਹਿੰਦੇ ਹੋ ਖਗੋਲ ਵਿਗਿਆਨੀ। ਤੇ ਸੁਨੀਤਾ ਵਿਲੀਅਮ ਦਾ ਨਾਮ ਤੁਸੀਂ ਸੁਣਿਆ ਹੋਊਗਾ, ਕਲਪਨਾ ਚਾਵਲਾ, ਰਾਕੇਸ਼ ਸ਼ਰਮਾ, ਇਹ ਸਾਰੇ ਕੌਣ ਸੀਗੇ ਜੀ? ਜਿਵੇਂ ਕਿ ਕਲਪਨਾ ਚਾਵਲਾ ਦਾ ਨਾਮ ਲਿਖਿਆ ਹੋਇਆ, ਇਹ ਹੈਗੇ ਸੀਗੇ ਜੀ ਖਗੋਲ ਵਿਗਿਆਨੀ। ਐਂਡ ਕੁਝ ਬਾਡੀਜ਼ ਤੁਹਾਨੂੰ ਜਿਹੜੀਆਂ ਅੰਤਰਿਕਸ਼ ਵਿੱਚ ਵੇਖਣ ਨੂੰ ਮਿਲਦੀਆਂ ਨੇ, ਉਹਨਾਂ ਦੀ ਆਪਦੀ ਰੌਸ਼ਨੀ ਨਹੀਂ ਹੁੰਦੀ, ਉਹ ਦੂਸਰੇ ਤਾਰਿਆਂ ਦੀ, ਭਾਵ ਜਿਵੇਂ ਸੂਰਜ ਹੈਗਾ ਆ, ਸੂਰਜ ਦੀ ਰੌਸ਼ਨੀ ਕਰਕੇ ਚਮਕਦੇ ਆ। ਜਿਵੇਂ ਆਪਣੀ ਧਰਤੀ ਦਾ ਚੰਦਰਮਾ ਜਾਂ ਫਿਰ ਆਪਣੀ ਧਰਤੀ, ਕਦੇ ਕਦਾਈ ਲੱਗਦਾ ਆ ਕਿ ਇਹ ਚੀਜ਼ਾਂ ਚਮਕ ਰਹੀਆਂ ਨੇ, ਬਟ ਇਹਨਾਂ ਦੀ ਕੋਈ ਰੌਸ਼ਨੀ ਨਹੀਂ ਹੁੰਦੀ। ਸੂਰਜ ਦੀਆਂ ਕਿਰਨਾਂ ਜਦੋਂ ਉਹਨਾਂ 'ਤੇ ਪੈਂਦੀਆਂ ਨੇ, ਇਸ ਕਰਕੇ ਉਹ ਚੀਜ਼ਾਂ ਚਮਕਦੀਆਂ ਨੇ। ਸੂਰਜ ਦੀ ਗੱਲ ਕੀਤੀ ਜਾ ਰਹੀ ਹੈ, ਧਰਤੀ ਦਾ ਸਭ ਤੋਂ ਨੇੜੇ ਦਾ ਸਭ ਤੋਂ ਵੱਡਾ ਜਿਹੜਾ ਤਾਰਾ ਹੈਗਾ ਆ, ਉਹ ਸੂਰਜ ਹੈਗਾ ਆ। ਐਂਡ ਕੁਝ ਜਿਹੜੇ ਤਾਰੇ ਹੁੰਦੇ ਨੇ, ਉਹਨਾਂ ਦੀ ਕੁਝ ਆਕ੍ਰਿਤੀਆਂ ਬਣਦੀਆਂ ਨੇ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਮਨੁੱਖੀ ਆਕ੍ਰਿਤੀਆਂ ਬਣਦੀਆਂ ਨੇ ਤੇ ਪਸ਼ੂ ਆਕ੍ਰਿਤੀਆਂ ਬਣਦੀਆਂ ਨੇ, ਜਿਨ੍ਹਾਂ ਨੂੰ ਤੁਸੀਂ ਤਾਰਾ ਮੰਡਲ ਦਾ ਨਾਮ ਦਿੰਦੇ ਹੋ। ਜਿਵੇਂ ਸਪਤ ਰਿਸ਼ੀ ਵੀ ਇੱਕ ਤਰ੍ਹਾਂ ਦਾ ਤਾਰਾ ਮੰਡਲ ਹੈਗਾ ਆ। ਐਗਜ਼ਾਮ ਦੇ ਵਿੱਚ ਲਿਖਿਆ ਹੋਊਗਾ ਕਿ ਦੱਸੋ ਸਪਤ ਰਿਸ਼ੀ ਕੀ ਹੈ? ਇਹ ਇੱਕ ਤਾਰਾ ਮੰਡਲ ਹੈ, ਇਹ ਇੱਕ ਗ੍ਰਹਿ ਹੈ, ਇਹ ਇੱਕ ਉਪਗ੍ਰਹਿ ਹੈ। ਸੋ ਇਹਨਾਂ ਚੀਜ਼ਾਂ ਤੇ ਧਿਆਨ ਦਿਓ। ਇਸ ਕਰਕੇ ਹੀ ਮੈਂ ਜ਼ਰੂਰੀ ਚੀਜ਼ਾਂ ਤੇ ਹਾਈਲਾਈਟ ਕੀਤਾ ਹੋਇਆ ਕਿ ਸਪਤ ਰਿਸ਼ੀ ਇੱਕ ਤਾਰਾ ਮੰਡਲ ਹੈਗਾ ਆ। ਐਂਡ ਜਿਹੜੇ ਤਾਰੇ ਹੁੰਦੇ ਹੈਗੇ ਆ, ਜਿਹੜੇ ਕਿ ਚਮਕਦੇ ਆ, ਇਹ ਧਰਤੀ ਤੋਂ ਕਾਫੀ ਜ਼ਿਆਦਾ ਦੂਰ ਹੈਗੇ ਆ। ਐਂਡ ਜਿਹੜੀ ਹਵਾ ਦੀ ਗਲਾਫ ਦੀਆਂ ਕਈ ਤਹਿਾਂ ਜਾਂ ਫਿਰ ਲੇਅਰ ਦੇ ਵਿੱਚੋਂ ਇਹਨਾਂ ਨੂੰ ਲੰਘਣਾ ਪੈਂਦਾ ਆ, ਜਿਸ ਕਰਕੇ ਸਾਨੂੰ ਐਂ ਲੱਗਦਾ ਆ ਕਿ ਜਿਹੜੇ ਤਾਰੇ ਨੇ ਇਹ ਟਿਮਟਮਾਉਂਦੇ ਹੈਗੇ ਆ। ਤੇ ਜਦੋਂ ਆਪਾਂ ਗੱਲ ਕਰਦੇ ਆ ਦੂਰੀ ਦੀ, ਜਦੋਂ ਮੈਂ ਗੱਲ ਕਰਨੀ ਹੈ ਕਿ ਆਪਣੀ ਧਰਤੀ ਦੀ, ਆਪਣੇ ਸੂਰਜ ਤੋਂ ਜਿਹੜੀ ਦੂਰੀ ਹੈਗੀ ਆ, ਉਹ ਕਿੰਨੀ ਕੁ ਹੈਗੀ ਆ, ਤੇ ਆਪਾਂ ਇਹਦੇ ਲਈ ਕਿਲੋਮੀਟਰ ਦੀ ਵਰਤੋਂ ਨਹੀਂ ਕਰਦੇ, ਆਪਾਂ ਪ੍ਰਕਾਸ਼ ਸਾਲ, ਜਿਹਨੂੰ ਤੁਸੀਂ ਲਾਈਟ ਈਅਰ ਕਹਿੰਦੇ ਹੋ, ਉਹਦੀ ਵਰਤੋਂ ਕਰਦੇ ਹੈਗੇ ਆ। ਪ੍ਰਕਾਸ਼ ਸਾਲ ਕੀ ਹੁੰਦਾ ਆ? ਪ੍ਰਕਾਸ਼ 1 ਸੈਕਿੰਡ ਵਿੱਚ ਲਗਭਗ 3 ਲੱਖ ਕਿਲੋਮੀਟਰ ਸਫ਼ਰ ਤੈਅ ਕਰਦਾ ਆ। ਸੋ ਇਸ ਕਰਕੇ ਪ੍ਰਕਾਸ਼ ਦੀ ਇੱਕ ਕਿਰਨ 1 ਸਾਲ ਵਿੱਚ ਲਗਾਤਾਰ ਚੱਲਦੀਆਂ ਜਿੰਨਾ ਸਫ਼ਰ ਤੈਅ ਕਰ ਸਕਦੀ ਹੈ, ਉਸ ਦੂਰੀ ਨੂੰ ਆਪਾਂ ਪ੍ਰਕਾਸ਼ ਸਾਲ ਆਖਦੇ ਹੈਗੇ ਆ। ਇਸ ਤੋਂ ਬਾਅਦ ਸੂਰਜ ਦੀ ਜਿਹੜੀ ਰੌਸ਼ਨੀ ਹੈਗੀ ਆ, ਆਪਣੀ ਧਰਤੀ ਤੇ ਪਹੁੰਚਣ ਲੱਗਿਆ ਕਿੰਨਾ ਸਮਾਂ ਲਗਾਉਂਦੀ ਹੈਗੀ ਆ? ਸੋ ਤੁਸੀਂ ਵੇਖ ਸਕਦੇ ਹੋ ਲਗਭਗ 500 ਸੈਕਿੰਡ ਜਾਂ ਫਿਰ 8 ਮਿੰਟ ਦਾ ਜਿਹੜਾ ਸਮਾਂ ਹੈਗਾ ਆ, ਸੂਰਜ ਦੀ ਜਿਹੜੀ ਰੌਸ਼ਨੀ ਹੈਗੀ ਆ ਧਰਤੀ ਤੇ ਪਹੁੰਚਣ ਲੱਗਿਆ ਇੰਨਾ ਟਾਈਮ ਲੱਗ ਜਾਂਦਾ ਆ। ਗੱਲ ਕਰਦੇ ਆ ਸੂਰਜ ਦੀ। ਸੂਰਜ ਦੀ ਜਿਹੜੀ ਦੂਰੀ ਹੈਗੀ ਆ ਧਰਤੀ ਤੋਂ, ਉਹ ਕਿੰਨੀ ਹੈ ਜੀ? 15 ਕਰੋੜ ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਸੂਰਜ ਦੀ, ਉਹ ਤੁਹਾਨੂੰ ਧਰਤੀ ਤੋਂ ਵੇਖਣ ਨੂੰ ਮਿਲਦੀ ਹੈ। ਇਸ ਤੋਂ ਬਾਅਦ ਬ੍ਰਹਿਮੰਡ ਦੇ ਵਿੱਚ ਇਹੋ ਜਿਹੀਆਂ 6000 ਮਿਲੀਅਨ ਗੈਲੈਕਸੀਆਂ ਵੀ ਤੁਹਾਨੂੰ ਵੇਖਣ ਨੂੰ ਮਿਲਦੀਆਂ ਹੈਗੀਆਂ ਨੇ। ਜਿਵੇਂ ਕਿ ਮਿਲਕੀ ਵੇ ਗੈਲੈਕਸੀ ਦੀ ਆਪਾਂ ਗੱਲ ਕੀਤੀ ਸੀਗੀ, ਆਕਾਸ਼ ਗੰਗਾ ਗੈਲੈਕਸੀ ਦੀ ਜਦੋਂ ਆਪਾਂ ਗੱਲ
ਕਰ ਰਹੇ ਸੀਗੇ। ਸੋ ਉਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਨੂੰ ਗਲੈਕਸੀਆਂ ਵੇਖਣ ਨੂੰ ਮਿਲਦੀਆਂ ਨੇ ਉਹ ਲਗਭਗ 6000 ਮਿਲੀਅਨ 6 ਅਰਬ ਗਲੈਕਸੀਆਂ ਵੇਖਣ ਨੂੰ ਮਿਲਦੀਆਂ ਨੇ ਤੇ ਇੱਕ ਗਲੈਕਸੀ ਵਿੱਚ ਲਗਭਗ ਕਈ ਲੱਖ ਮਿਲੀਅਨ ਤਾਰੇ ਹੁੰਦੇ ਆ। ਵੈਸੇ ਇਹ ਐਗਜ਼ਾਮ ਦੇ ਵਿੱਚ ਤਾਂ ਨਹੀਂ ਆਉਣਾ ਬਟ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ। 1 ਖਰਬ 100 ਬਿਲੀਅਨ ਤਾਰੇ ਅਤੇ ਗ੍ਰਹਿ ਹਨ। ਆਕਾਸ਼ ਗੰਗਾ ਮਿਲਕੀ ਵੇ ਗਲੈਕਸੀ ਜਿਹਨੂੰ ਆਪਾਂ ਕਹਿੰਦੇ ਆ, ਆਕਾਸ਼ ਗੰਗਾ ਦਾ ਇੱਕ ਹਿੱਸਾ ਜਿਹੜਾ 8 ਗ੍ਰਹਿਾਂ ਅਤੇ ਸੂਰਜ ਤੋਂ ਬਣਿਆ ਹੈ ਉਸ ਨੂੰ ਸੌਰ ਮੰਡਲ, ਸੂਰਜੀ ਪਰਿਵਾਰ ਜਾਂ ਫਿਰ ਸੋਲਰ ਮੰਡਲ ਦਾ ਨਾਮ ਦਿੰਨੇ ਆ। ਗ੍ਰਹਿ ਦੀ ਗੱਲ ਕਰ ਲੈਂਦੇ ਆ। ਗ੍ਰਹਿ ਜਿਹੜਾ ਵਰਡ ਹੈਗਾ ਆ ਜਿਹਨੂੰ ਤੁਸੀਂ ਪਲੈਨਟਸ ਇੰਗਲਿਸ਼ ਵਿੱਚ ਕਹਿੰਦੇ ਹੋ, ਇਹ ਇੱਕ ਯੂਨਾਨੀ ਭਾਸ਼ਾ ਦਾ ਜਿਹੜਾ ਸ਼ਬਦ ਹੈਗਾ ਆ, ਇਹਦਾ ਮਤਲਬ ਹੁੰਦਾ ਆ ਘੁੰਮਣ ਵਾਲੀਆਂ ਚੀਜ਼ਾਂ ਤੋਂ ਲਿਆ ਗਿਆ ਹੈ। ਗ੍ਰਹਿ ਪੁਲਾੜ ਵਿੱਚ ਇੱਕ ਨਿਸ਼ਚਿਤ ਮਾਰਗ ਵਿੱਚ ਸੂਰਜ ਦੁਆਲੇ ਗੇੜੇ ਕੱਢਦੇ ਰਹਿੰਦੇ ਹੈਗੇ ਆ। ਠੋਸ ਜਾਂ ਫਿਰ ਗੈਸੀ ਗੋਲੇ ਹੁੰਦੇ ਆ। ਠੀਕ ਹੈ ਜੀ, ਸੂਰਜ ਦੁਆਲੇ ਘੁੰਮਦੇ ਠੋਸ ਜਾਂ ਫਿਰ ਗੈਸੀ ਗੋਲੇ ਹੁੰਦੇ ਆ ਜਿਹੜੇ ਕਿ ਗ੍ਰਹਿ ਹੁੰਦੇ ਆ। ਗ੍ਰਹਿਾਂ ਉੱਤੇ ਸੂਰਜ ਦੀ ਜਿਹੜੀ ਰੋਸ਼ਨੀ ਹੁੰਦੀ ਆ ਪੈਣ ਕਰਕੇ ਜਿਹੜੇ ਗ੍ਰਹਿ ਨੇ ਜੀ ਉਹ ਸਾਨੂੰ ਲੱਗਦਾ ਆ ਕਿ ਜਿਹੜੇ ਗ੍ਰਹਿ ਨੇ ਉਹ ਚਮਕ ਰਹੇ ਆ। ਤੇ ਆਪਣੇ ਸੂਰਜ ਦੇ ਜੇਕਰ ਆਪਾਂ ਗੱਲ ਕਰਦੇ ਆ, ਸੂਰਜੀ ਪਰਿਵਾਰ ਦੇ ਵਿੱਚ ਤੁਹਾਨੂੰ 8 ਗ੍ਰਹਿ ਵੇਖਣ ਨੂੰ ਮਿਲਦੇ ਹੈਗੇ ਆ ਤੇ ਗ੍ਰਹਿਾਂ ਦੇ ਜਿਹੜੇ ਨਾਂ ਹੈਗੇ ਆ ਇਹ ਵੀ ਯੂਨਾਨੀ ਦੇਵੀ ਦੇਵਤਾ ਦੇ ਨਾਮ ਤੇ ਹੀ ਰੱਖੇ ਗਏ ਆ। ਇੱਕ ਮੈਂ ਤੁਹਾਨੂੰ ਟ੍ਰਿਕ ਦੱਸ ਦਿੰਨਾ ਆ ਜਿਹਦੇ ਨਾਲ ਤੁਸੀਂ ਸੀਰੀਅਲ ਵਾਈਜ਼ ਸਾਰੇ ਜਿਹੜੇ ਗ੍ਰਹਿ ਹੈਗੇ ਆ ਜੀ ਉਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਹੋ। MVEMJSUN। M ਤੋਂ ਬਣ ਗਿਆ ਜੀ ਮਰਕਰੀ, V ਤੋਂ ਬਣ ਗਿਆ ਜੀ ਵੀਨਸ, E ਤੋਂ ਬਣ ਗਿਆ ਜੀ ਅਰਥ, M ਤੋਂ ਬਣ ਗਿਆ ਜੀ ਮਾਰਸ, J ਤੋਂ ਬਣ ਗਿਆ ਜੀ ਜੂਪੀਟਰ, S ਤੋਂ ਬਣ ਗਿਆ ਜੀ ਸੈਟਰਨ, U ਤੋਂ ਬਣ ਗਿਆ ਜੀ ਯੂਰੇਨਸ, N ਤੋਂ ਬਣ ਗਿਆ ਜੀ ਨੈਪਚੂਨ। ਇਹ ਸੀਰੀਅਲ ਵਾਈਜ਼ ਇਸ ਤਰ੍ਹਾਂ ਹੀ ਤੁਹਾਨੂੰ ਪਲੈਨਟਸ ਵੇਖਣ ਨੂੰ ਮਿਲਦੇ ਹੈਗੇ ਆ। ਸੇਮ ਟ੍ਰਿਕ ਦੇ ਨਾਲ ਮੈਂ 6-7 ਸਾਲਾਂ ਤੋਂ ਜਿਹੜੇ ਗ੍ਰਹਿ ਨੇ ਜੀ ਸੀਕੁਐਂਸ ਵਾਈਜ਼ ਯਾਦ ਕਰੀ ਬੈਠਾ ਆ। ਤੁਸੀਂ ਵੀ ਯਾਦ ਕਰ ਲਓ। ਸੇਮ ਜਿਹੜਾ ਸੀਕੁਐਂਸ ਹੈਗਾ ਜੀ ਤੁਹਾਨੂੰ ਇੱਥੇ ਵੀ ਵੇਖਣ ਨੂੰ ਮਿਲੇਗਾ। ਪਹਿਲਾਂ ਤੇ ਆ ਗਿਆ ਜੀ ਬੁੱਧ, ਫਿਰ ਸ਼ੁੱਕਰ, ਫਿਰ ਧਰਤੀ, ਫਿਰ ਮੰਗਲ, ਫਿਰ ਬ੍ਰਹਿਸਪਤੀ, ਸ਼ਨੀ, ਅਰੁਣ ਜਾਂ ਯੂਰੇਨਸ, ਵਰੁਣ ਜਾਂ ਨੈਪਚੂਨ। ਸਭ ਤੋਂ ਵੱਡਾ ਗ੍ਰਹਿ ਕਿਹੜਾ ਆ ਜੀ? 5ਵੇਂ ਨੰਬਰ ਵਾਲਾ ਜਿਹਨੂੰ ਤੁਸੀਂ ਬ੍ਰਹਿਸਪਤੀ ਕਹਿੰਦੇ ਹੋ। ਐਂਡ ਆਪਣੀ ਧਰਤੀ ਜਿਹੜੀ ਹੈਗੀ ਆ ਜੀ 5ਵੇਂ ਨੰਬਰ ਦਾ ਵੱਡਾ ਗ੍ਰਹਿ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਆਪਣੀ ਧਰਤੀ। ਕੁਝ ਇੰਪੋਰਟੈਂਟ ਗੱਲਾਂ ਲਿਖੀਆਂ ਹੋਈਆਂ ਨੇ। ਇਹਨਾਂ ਨੇ ਗੱਲ ਕੀਤੀ ਹੋਈ ਆ ਡਾਇਮੀਟਰ ਦੀ। ਡਾਇਮੀਟਰ ਕੀ ਹੁੰਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ, ਜਿਵੇਂ ਕਿ ਆਹ ਤੁਸੀਂ ਵੇਖ ਸਕਦੇ ਹੋ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਦੀ ਜਿਹੜੀ ਦੂਰੀ ਹੈਗੀ ਆ ਇਹਨੂੰ ਤੁਸੀਂ ਡਾਇਮੀਟਰ ਦਾ ਨਾਮ ਦਿੰਦੇ ਹੋ। ਕਿਸੇ ਗੋਲੇ ਦੇ ਕੇਂਦਰੀ ਧੁਰੇ ਵਿੱਚੋਂ ਦੀ ਹੋ ਕੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਾਲੀ ਸਿੱਧੀ ਰੇਖਾ ਨੂੰ ਆਪਾਂ ਵਿਆਸ ਕਹਿੰਦੇ ਆ। ਹੁਣ ਯਾਦ ਕਰ ਲਓ ਕੁਝ ਗੱਲਾਂ ਕਿ ਜਿਹੜਾ ਬੁੱਧ ਹੈਗਾ ਆ ਮਰਕਰੀ, ਇਹਦਾ ਵਿਆਸ ਤੁਸੀਂ ਵੇਖ ਸਕਦੇ ਹੋ ਡਾਇਮੀਟਰ ਜਿਹੜਾ ਹੈ ਉਹ ਤੁਹਾਨੂੰ 4878 ਕਿਲੋਮੀਟਰ ਵੇਖਣ ਨੂੰ ਮਿਲਦਾ ਹੈ। ਐਂਡ ਇਹਦੇ ਵਿੱਚ ਪਹਿਲਾ ਜਿਹੜਾ ਗ੍ਰਹਿ ਹੈਗਾ ਆ ਉਹਦਾ ਤੁਸੀਂ ਥੋੜਾ ਬਹੁਤ ਯਾਦ ਕਰ ਲਿਓ ਕਿ ਸੂਰਜ ਤੋਂ ਦੂਰੀ ਇਹਦੀ 10 ਲੱਖ ਕਿਲੋਮੀਟਰ ਇੰਨੀ ਤੁਸੀਂ ਵੇਖ ਸਕਦੇ ਹੋ। ਫਿਰ ਉਸ ਤੋਂ ਬਾਅਦ ਧਰਤੀ ਦਾ ਵੇਖ ਲਓ ਤੀਸਰੇ ਨੰਬਰ ਤੇ। ਜੇਕਰ ਆਪਾਂ ਸੀਕੁਐਂਸ ਵਾਈਜ਼ ਵੇਖਦੇ ਹਾਂ ਤੇ ਧਰਤੀ ਦਾ ਜਿਹੜਾ ਡਾਇਮੀਟਰ ਹੈ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ 12756 ਕਿਲੋਮੀਟਰ। ਐਂਡ ਇਸ ਦਾ ਜਿਹੜਾ ਉਪਗ੍ਰਹਿ ਹੈਗਾ ਆ ਜਿਹੜਾ ਕਿ ਚੰਦਰਮਾ ਆ ਉਹ ਤੁਹਾਨੂੰ ਇੱਕ ਵੇਖਣ ਨੂੰ ਮਿਲਦਾ ਹੈ। ਹੁਣ ਆਪਾਂ ਬ੍ਰਹਿਸਪਤੀ ਦੀ ਗੱਲ ਕਰ ਲੈਂਦੇ ਆ, ਜਿਹੜੇ ਵੱਡੇ ਪਲੈਨਟ ਹੈਗੇ ਆ ਜਿਵੇਂ ਕਿ ਬ੍ਰਹਿਸਪਤੀ ਜਿਹੜਾ ਹੈ ਇਹਦਾ ਤੁਹਾਨੂੰ ਜਿਹੜਾ ਡਾਇਮੀਟਰ ਵੇਖਣ ਨੂੰ ਮਿਲਦਾ ਹੈ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਐਂਡ ਇੱਥੇ ਉਪਗ੍ਰਹਿ ਦੀ ਜਿਹੜੀ ਗਿਣਤੀ ਹੈਗੀ ਆ ਜੀ ਉਹ ਵੀ ਸਭ ਤੋਂ ਜ਼ਿਆਦਾ ਹੈਗੀ ਆ, ਲਗਭਗ 63। ਸੋ ਇਹ ਕੁਝ ਇੰਪੋਰਟੈਂਟ ਗੱਲਾਂ ਸੀਗੀਆਂ ਜਿਨ੍ਹਾਂ ਦਾ ਧਿਆਨ ਰੱਖ ਲਿਓ। ਬਾਕੀ ਇਹਦੇ ਵਿੱਚ ਵੀਨਸ ਅਤੇ ਯੂਰੇਨਸ ਨਾਮ ਦੇ ਜਿਹੜੇ ਗ੍ਰਹਿ ਹੈਗੇ ਆ ਇਹ ਦੋਨੋਂ ਜਿਹੜੇ ਗ੍ਰਹਿ ਹੈਗੇ ਆ ਇਹ ਪੁੱਠੇ ਘੁੰਮਦੇ ਆ। ਜਿਵੇਂ ਬਾਕੀ ਸਾਰੇ ਜੇਕਰ ਵੈਸਟ ਟੂ ਈਸਟ ਘੁੰਮਦੇ ਆ ਤਾਂ ਇਹ ਇਕੱਲਾ ਗ੍ਰਹਿ ਹੈਗਾ ਆ ਜਿਹੜਾ ਕਿ ਈਸਟ ਟੂ ਵੈਸਟ ਵੱਲ ਨੂੰ ਜਾਂਦਾ ਆ। ਕਿਹੜੇ ਗ੍ਰਹਿ ਦੀ ਮੈਂ ਗੱਲ ਕਰ ਰਿਹਾ? ਈਸਟ ਟੂ ਵੈਸਟ ਵੱਲ ਜਾਣ ਵਾਲੇ ਕਿਹੜੇ ਗ੍ਰਹਿ ਹੈਗੇ ਆ? ਉਹ ਹੈਗੇ ਆ ਜੀ ਵੀਨਸ ਅਤੇ ਯੂਰੇਨਸ। ਇਹਦੀ ਗੱਲ ਆਪਾਂ ਅੱਗੇ ਵੀ ਕਰਾਂਗੇ, ਇੰਨੀ ਗੱਲ ਤੁਸੀਂ ਸਮਝ ਗਏ ਹੋਣੇ ਆ। ਅੱਗੇ ਵੇਖੋ ਕਿ ਸਭ ਤੋਂ ਵੱਡਾ ਗ੍ਰਹਿ ਜਿਹੜਾ ਹੈਗਾ ਆ ਜੀ ਉਹ ਹੈਗਾ ਜੀ ਬ੍ਰਹਿਸਪਤੀ। ਦੂਸਰੇ ਨੰਬਰ ਤੇ ਆਉਂਦਾ ਆ ਜੀ ਸ਼ਨੀ, ਤੀਸਰੇ ਨੰਬਰ ਤੇ ਆਉਂਦਾ ਹੈਗਾ ਜੀ ਯੂਰੇਨਸ ਅਤੇ ਚੌਥੇ ਨੰਬਰ ਤੇ ਆਉਂਦਾ ਹੈ ਨੈਪਚੂਨ। ਫਿਰ 5ਵੇਂ ਨੰਬਰ ਤੇ ਆਉਂਦੀ ਹੈ ਜੀ ਆਪਣੀ ਧਰਤੀ। ਗ੍ਰਹਿਾਂ ਦੀ ਕਹਿੰਦੇ ਆਪਣੀ ਕੋਈ ਰੌਸ਼ਨੀ ਤਾਂ ਹੁੰਦੀ ਨਹੀਂ, ਨਾ ਹੀ ਇਹਨਾਂ ਦੀ ਕੋਈ ਗਰਮੀ ਹੁੰਦੀ ਹੈਗੀ ਆ। ਇਹ ਸਾਰੇ ਆਪਣੀ ਜਿਹੜੀ ਰੌਸ਼ਨੀ ਜਾਂ ਫਿਰ ਗਰਮੀ ਹੈਗੀ ਆ ਇਹ ਸੂਰਜ ਤੋਂ ਪ੍ਰਾਪਤ ਕਰਦੇ ਹੈਗੇ ਆ। ਧਰਤੀ ਸੂਰਜ ਤੋਂ ਲਗਭਗ ਕਿੰਨੇ ਕਿਲੋਮੀਟਰ ਦੂਰ ਹੈਗੀ ਆ ਜੀ? ਲਗਭਗ 150 ਮਿਲੀਅਨ ਕਿਲੋਮੀਟਰ, ਭਾਵ 15 ਕਰੋੜ ਕਿਲੋਮੀਟਰ ਦੂਰ ਹੈਗੀ ਆ ਜਿਹੜੀ ਧਰਤੀ ਹੈਗੀ ਆ ਆਪਣੇ ਸੂਰਜ ਤੋਂ। ਸੂਰਜ ਘੁੰਮਦੇ ਗੈਸੀ ਬੱਦਲ ਜਿਸ ਨੂੰ ਕਿਹਾ ਕੀ ਜਾਂਦਾ ਆ? ਨੈਬੂਲਾ ਕਿਹਾ ਜਾਂਦਾ ਆ। ਕੀ ਕਿਹਾ ਜਾਂਦਾ ਆ? ਨੈਬੂਲਾ ਤੋਂ ਬਣੀ ਹੋਈ ਆ। ਗੁਰੂਤਾ ਸ਼ਕਤਨ ਗ੍ਰੈਵਿਟੇਸ਼ਨਲ ਫੋਰਸ ਕਰਕੇ ਇਹਨਾਂ ਸਾਰਿਆਂ ਦੀ ਜਿਹੜੀ ਉਤਪਤੀ ਹੋਈ ਹੈਗੀ ਆ ਜੀ ਇਹ ਮੰਨਦੇ ਆ ਵੀ ਇਹਦੀ ਉਤਪਤੀ ਗ੍ਰੈਵਿਟੇਸ਼ਨਲ ਫੋਰਸ ਕਰਕੇ ਜਾਂ ਫਿਰ ਗੁਰੂਤਾਕਰਸ਼ਣ ਬਲ ਕਰਕੇ ਹੋਈ ਆ। ਸੂਰਜ ਜ਼ਿਆਦਾ ਭਾਰੀ ਅਤੇ ਵੱਡਾ ਹੋਣ ਕਰਕੇ ਆਪਣੀ ਵੱਡੀ ਤਾਕਤ ਨਾਲ ਇਹਨਾਂ ਸਾਰਿਆਂ ਗ੍ਰਹਿਾਂ ਨੂੰ ਆਪ ਦੇ ਵੱਲੋਂ ਖਿੱਚ ਕੇ ਰੱਖਦਾ ਹੈਗਾ ਆ। ਹਿਲਜੁਲ ਨੂੰ ਦੂਰੋਂ ਹੀ ਕੰਟਰੋਲ ਕਰਦਾ ਆ ਗੁਰੂਤਵਾਕਰਸ਼ਣ ਬਲ ਕਰਕੇ। ਸੂਰਜ ਦੀ ਇਸੇ ਸ਼ਕਤੀ ਨੂੰ ਗੁਰੂਤਾ ਸ਼ਕਤੀ ਕਿਹਾ ਜਾਂਦਾ ਆ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ ਗ੍ਰਹਿਾਂ ਦੀ ਆਪਣੀ
ਗਤੀ ਹੈ, ਜਿਸ ਕਰਕੇ ਹਰੇਕ ਗ੍ਰਹਿ ਸੂਰਜ ਦੇ ਦੁਆਲੇ ਜਿਹੜਾ ਹੈਗਾ ਆ ਆਪਣੇ ਗੇੜੇ ਕੱਢਦਾ ਰਹਿੰਦਾ ਹੈਗਾ ਆ। ਜਿਵੇਂ ਕਿ ਤੁਸੀਂ ਵੇਖਿਆ ਹੋਣਾ, ਧਰਤੀ ਵੀ ਆਪਣੀ ਜਿਹੜੀ ਹੈਗੀ ਆ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਦੀ ਆ, ਖੁਦ ਵੀ ਆਪਦੇ ਧੁਰੇ ਤੇ ਵੀ ਗੇੜੇ ਕੱਢਦੀ ਹੈਗੀ ਆ। ਤੇ ਅੱਗੇ ਵੇਖੋ, ਜਿਹੜਾ ਸੂਰਜ ਦੇ ਵਿੱਚ ਆਪਣੇ ਸੋਲਰ ਸਿਸਟਮ ਦੇ ਵਿੱਚ ਸੂਰਜੀ ਪਰਿਵਾਰ ਦੇ ਵਿੱਚ ਜਿਹੜੇ ਸਾਰੇ ਗ੍ਰਹਿ ਨੇ ਪੱਛਮ ਤੋਂ ਪੂਰਬ ਵੱਲ ਘੁੰਮਦੇ ਆ। ਹੁਣੇ ਮੈਂ ਤੁਹਾਨੂੰ ਦੱਸਿਆ ਸੀਗਾ ਵੈਸਟ ਟੂ ਈਸਟ ਵੱਲ ਘੁੰਮਦੇ ਹੈਗੇ ਆ। ਬਟ ਦੋ ਗ੍ਰਹਿ ਇਹੋ ਜਿਹੇ ਹੈਗੇ ਆ, ਜਿਵੇਂ ਕਿ ਆਪਣੀ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ, ਦੋ ਗ੍ਰਹਿ ਜਿਹੜੇ ਕਿ ਵੀਨਸ ਅਤੇ ਯੂਰੇਨਸ ਨਾਮ ਦੇ ਜਿਹੜੇ ਗ੍ਰਹਿ ਹੈਗੇ ਆ, ਸ਼ੁੱਕਰ ਗ੍ਰਹਿ ਅਤੇ ਯੂਰੇਨਸ ਗ੍ਰਹਿ, ਇਹ ਈਸਟ ਟੂ ਵੈਸਟ ਵੱਲ ਨੂੰ ਘੁੰਮਦੇ ਹੈਗੇ ਆ, ਸੂਰਜ ਦੀ ਪਰਿਕਰਮਾ ਕਰਦੇ ਹੈਗੇ ਆ। ਤੇ ਧਰਤੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਧਰਤੀ ਜਦੋਂ ਆਪਣੇ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਦੀ ਹੈ ਤਾਂ ਇਹਨੂੰ 365 ਬਾਏ 1/4 ਇਹਨੂੰ ਦਿਨ ਲੱਗ ਜਾਂਦੇ ਆ। 365 ਪਲੱਸ 1/4 ਦਿਨ ਲੱਗ ਜਾਂਦੇ ਆ, ਭਾਵ ਇਹ 365 ਦਿਨ ਤਾਂ ਲੱਗਦੇ ਹੀ ਆ, ਨਾਲੇ 6 ਘੰਟੇ ਐਕਸਟਰਾ ਲੱਗਦੇ ਹੈਗੇ ਆ ਧਰਤੀ ਨੂੰ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਣ ਦੇ ਲਈ। ਸਭ ਤੋਂ ਨੇੜੇ ਵਾਲਾ ਗ੍ਰਹਿ ਕਿਹੜਾ ਹੈਗਾ ਆ ਜੀ? ਜਿਹਦਾ ਨਾਮ ਹੈਗਾ ਆ ਬੁੱਧ। ਬੁੱਧ ਸੂਰਜ ਦਾ ਸਭ ਤੋਂ ਨੇੜਲਾ ਗ੍ਰਹਿ ਹੈ, ਜਿਹੜਾ ਆਪਣੀ ਪਰਿਕਰਮਾ ਸਭ ਤੋਂ ਘੱਟ ਦਿਨਾਂ ਵਿੱਚ, ਭਾਵ 88 ਦਿਨਾਂ ਵਿੱਚ ਹੀ ਸੂਰਜ ਦੇ ਆਲੇ ਦੁਆਲੇ ਗੇੜੇ ਕੱਟ ਲੈਂਦਾ ਆ, ਜਿਹੜਾ ਕਿ ਬੁੱਧ ਜਾਂ ਫਿਰ ਮਰਕਰੀ ਗ੍ਰਹਿ ਹੈਗਾ ਆ। ਪਹਿਲਾਂ ਲੋਕ ਕੁਝ ਹੋਰ ਸਮਝਦੇ ਹੁੰਦੇ ਸੀਗੇ, ਉਹਨਾਂ ਨੂੰ ਲੱਗਦਾ ਸੀਗਾ ਵੀ ਸੂਰਜ ਆਲੇ ਦੁਆਲੇ ਗੇੜੇ ਕੱਟਦਾ ਆ, ਬਟ ਨਹੀਂ। ਕੋਪਰਨਿਕਸ ਅਤੇ ਗੈਲੀਲੀਓ ਨਾਮ ਦੇ ਜਿਹੜੇ ਸਾਇੰਟਿਸਟ ਹੈਗੇ ਸੀ, ਇਹਨਾਂ ਨੇ ਦੱਸਿਆ ਕਿ ਵੀ ਸੂਰਜ ਤਾਂ ਇੱਕ ਥਾਂ ਤੇ ਖੜਾ ਹੈਗਾ ਆ, ਵੀ ਸੂਰਜ ਤਾਂ ਕੇਂਦਰ ਵਿੱਚ ਹੈ, ਐਂਡ ਸੂਰਜ ਦੇ ਆਲੇ ਦੁਆਲੇ ਧਰਤੀ ਅਤੇ ਹੋਰ ਜਿਹੜੇ ਗ੍ਰਹਿ ਨੇ ਜੀ ਉਹ ਆਲੇ ਦੁਆਲੇ ਘੁੰਮਦੇ ਹੈਗੇ ਆ। ਸਭ ਤੋਂ ਪਹਿਲਾਂ ਕਿਹਦੇ ਦੁਆਰਾ ਦੱਸਿਆ ਗਿਆ ਸੀਗਾ? ਕੋਪਰਨਿਕਸ ਅਤੇ ਗੈਲੀਲੀਓ ਦੁਆਰਾ। ਗੱਲ ਕਰ ਲੈਂਦੇ ਆ ਸੈਟੇਲਾਈਟਸ ਦੀ। ਸੈਟੇਲਾਈਟਸ ਕੁਦਰਤੀ ਵੀ ਹੋ ਸਕਦੀ ਹੈ, ਮਨੁੱਖਾਂ ਦੁਆਰਾ ਬਣਾਈ ਗਈ ਸੈਟੇਲਾਈਟ ਵੀ ਹੋ ਸਕਦੀ ਹੈ। ਉਪਗ੍ਰਹਿ ਉਹਨਾਂ ਆਕਾਸ਼ੀ ਗੋਲਿਆਂ ਜਾਂ ਫਿਰ ਖਗੋਲੀ ਪਿੰਡਾਂ ਨੂੰ ਆਖਦੇ ਹੈਗੇ ਆ, ਜਿਹੜੇ ਕਿ ਗ੍ਰਹਿਾਂ ਦੁਆਲੇ ਘੁੰਮਦੇ ਰਹਿੰਦੇ ਆ। ਜਿਵੇਂ ਆਪਣੀ ਧਰਤੀ ਦਾ ਜਿਹੜਾ ਉਪਗ੍ਰਹਿ ਹੈਗਾ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਆਪਾਂ ਚੰਦਰਮਾ ਦਾ ਨਾਮ ਦਿੰਨੇ ਆ, ਜਿਹੜਾ ਕਿ ਆਪਣੀ ਧਰਤੀ ਦੇ ਆਲੇ ਦੁਆਲੇ ਗੇੜੇ ਕੱਟ ਰਿਹਾ। ਉਪਗ੍ਰਹਿ ਜਦੋਂ ਆਪਾਂ ਗੱਲ ਕਰਦੇ ਹਾਂ ਕੁਦਰਤੀ ਵੀ ਹੋ ਸਕਦੇ ਆ, ਜਿਵੇਂ ਚੰਦਰਮਾ ਆਪਣਾ ਕੁਦਰਤੀ ਉਪਗ੍ਰਹਿ ਹੈਗਾ ਆ, ਇੱਕ ਆਪਾਂ ਮਨੁੱਖਾਂ ਨੇ ਬਣਾ ਕੇ ਵੀ ਉਪਗ੍ਰਹਿ ਉੱਪਰ ਭੇਜੇ ਹੋਏ ਆ। ਇਸੇ ਤਰ੍ਹਾਂ ਸੂਰਜ ਮੰਡਲ ਦੇ ਵਿੱਚ ਚੰਨ ਸਮੇਤ ਵੱਖ-ਵੱਖ ਗ੍ਰਹਿਾਂ ਦੇ ਕੁੱਲ ਮਿਲਾ ਕੇ ਲਗਭਗ 150 ਤੁਹਾਨੂੰ ਉਪਗ੍ਰਹਿ ਵੇਖਣ ਨੂੰ ਮਿਲਦੇ ਹੈਗੇ ਆ। ਦੋ ਗ੍ਰਹਿ ਇਹੋ ਜਿਹੇ ਵੀ ਹੈਗੇ ਆ, ਜਿਵੇਂ ਕਿ ਬੁੱਧ ਅਤੇ ਸ਼ੁੱਕਰ, ਜਿਨ੍ਹਾਂ ਦਾ ਕੋਈ ਸੈਟੇਲਾਈਟ ਹੀ ਹੈ ਨਹੀਂ, ਉਪਗ੍ਰਹਿ ਹੀ ਨਹੀਂ ਹੈਗਾ। ਉਪਗ੍ਰਹਿ ਆਪਣੇ ਗ੍ਰਹਿਾਂ ਦੇ ਦੁਆਲੇ ਘੁੰਮਦੇ ਹੋਏ ਸੂਰਜ ਦੀ ਪਰਿਕਰਮਾ ਵੀ ਨਾਲ-ਨਾਲ ਕਰਦੇ ਹੈਗੇ ਆ। ਇੱਕ ਆਰਿਆਭੱਟ ਪਹਿਲਾ ਜਿਹੜਾ ਭਾਰਤੀ ਸੈਟੇਲਾਈਟ ਸੀਗਾ, ਮਨੁੱਖਾਂ ਦੁਆਰਾ ਬਣਾਇਆ ਸੈਟੇਲਾਈਟ, ਜੋ ਕਿ 1975 ਵਿੱਚ ਪੁਲਾੜ ਵਿੱਚ ਛੱਡਿਆ ਗਿਆ ਸੀਗਾ। ਚੰਦਰਮਾ ਦੀ ਗੱਲ ਕਰ ਲੈਂਦੇ ਆ। ਚੰਦਰਮਾ ਕੀ ਹੈ ਜੀ? ਚੰਦਰਮਾ ਹੈਗਾ ਆ ਧਰਤੀ ਦਾ ਉਪਗ੍ਰਹਿ, ਕੁਦਰਤੀ ਸੈਟੇਲਾਈਟ ਹੈ। ਇਹ ਧਰਤੀ ਦੀ ਗੁਰੂਤਾਕਰਸ਼ਣ ਬਲ ਕਰਕੇ ਧਰਤੀ ਦੇ ਆਲੇ ਦੁਆਲੇ ਗੇੜੇ ਕੱਢਦਾ ਰਹਿੰਦਾ ਆ, ਜਿਹੜਾ ਚੰਦਰਮਾ ਆ। ਚੰਨ ਆਪਣੇ ਧੁਰੇ ਦੁਆਲੇ ਵੀ ਘੁੰਮਦਾ ਆ, ਮਤਲਬ ਖੁਦ ਵੀ ਘੁੰਮਦਾ ਆ ਤੇ ਖੁਦ ਘੁੰਮਦੇ ਧਰਤੀ ਦੇ ਗੇੜੇ ਵੀ ਕੱਟਦਾ ਆ। ਧਰਤੀ ਦੇ ਗੇੜੇ ਕੱਟਣ 'ਚ ਉਹਨੂੰ ਸਮਾਂ ਕਿੰਨਾ ਲੱਗਦਾ ਆ? 27 ਦਿਨ ਲੱਗ ਜਾਂਦੇ ਆ। 27 ਦਿਨ ਤਾਂ ਉਹ ਧਰਤੀ ਦੇ ਆਲੇ ਦੁਆਲੇ ਗੇੜੇ ਕੱਟਦਾ ਆ, ਬਟ ਆਪਦੇ ਧੁਰੇ ਤੇ ਵੀ ਤਾਂ ਘੁੰਮਦਾ ਹੋਊਗਾ, ਉਹਨੂੰ ਫਿਰ ਕਿੰਨਾ ਸਮਾਂ ਲੱਗਦਾ ਆ? ਲਗਭਗ 7 ਘੰਟਿਆਂ ਵਿੱਚ ਜਿਹੜਾ ਆਪਦਾ ਇੱਕ ਚੱਕਰ ਹੈਗਾ ਆ ਉਹ ਪੂਰਾ ਕਰ ਲੈਂਦਾ ਆ। ਤੇ ਧਰਤੀ ਨੂੰ ਕਿੰਨੇ ਟਾਈਮ ਲੱਗਦਾ ਹੈ ਜੀ? ਧਰਤੀ ਨੂੰ 24 ਘੰਟੇ ਲੱਗ ਜਾਂਦੇ ਆ, ਜਦੋਂ ਧਰਤੀ ਨੇ ਆਪਦੇ ਧੁਰੇ ਤੇ ਜਦੋਂ ਗੇੜੇ ਕੱਢਣੇ ਹੋਣ। ਚੰਨ ਦੀ ਅਤੇ ਧਰਤੀ ਦੀ ਜਿਹੜੀ ਦੂਰੀ ਹੈਗੀ ਆ ਜੀ, ਉਹ ਤੁਹਾਨੂੰ 3,84,400 ਕਿਲੋਮੀਟਰ ਵੇਖਣ ਨੂੰ ਮਿਲਦੀ ਹੈ। ਚੰਨ ਧਰਤੀ ਦੀ ਦੂਰੀ ਹੈਗੀ ਆ ਜੀ 3,84,400 ਕਿਲੋਮੀਟਰ। ਇੱਕ ਅਪੋਲੋ ਪ੍ਰੋਜੈਕਟ ਵੀ ਚਲਾਇਆ ਗਿਆ ਸੀਗਾ, ਯਾਦ ਕਰ ਲਓ। ਅਪੋਲੋ ਪ੍ਰੋਜੈਕਟ ਅਧੀਨ ਹੋਈਆਂ ਆਕਾਸ਼ੀ ਯਾਤਰਾਵਾਂ ਕਾਰਨ ਅਸੀਂ ਬਾਕੀ ਹੋਰ ਖਗੋਲੀ ਪਿੰਡਾਂ ਨਾਲੋਂ ਚੰਨ ਦੇ ਬਾਰੇ ਜ਼ਿਆਦਾ ਜਾਣਨ ਲੱਗ ਪਏ ਹਾਂ। ਪੁਲਾੜ ਯਾਤਰੀਆਂ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਨੀਲ ਆਰਮਸਟਰੋਂਗ ਅਤੇ ਐਡਵਿਨ ਐਲਡਰਿਨ ਨਾਮ ਦੇ ਦੋ ਵਿਅਕਤੀ ਸੀਗੇ। ਨੀਲ ਆਰਮਸਟਰੋਂਗ ਅਤੇ ਐਡਵਿਨ ਐਲਡਰਿਨ ਨਾਮ ਦੇ ਜਿਹੜੇ ਵਿਅਕਤੀ ਸੀਗੇ, 21 ਜੁਲਾਈ 1969 ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਚੰਨ ਦੀ ਸਤਹ ਦੇ ਉੱਤੇ ਪੈਰ ਰੱਖਿਆ ਸੀਗਾ। ਭਾਵ ਇਹ ਕਿ ਦੁਨੀਆ ਦੇ ਵਿੱਚੋਂ ਸਭ ਤੋਂ ਪਹਿਲਾਂ ਚੰਦਰਮਾ ਤੇ ਪੈਰ ਰੱਖਣ ਵਾਲੇ ਦੋ ਵਿਅਕਤੀ ਸੀਗੇ, ਜਿਨ੍ਹਾਂ ਦਾ ਨਾਮ ਸੀਗਾ ਜੀ ਨੀਲ ਆਰਮਸਟਰੋਂਗ ਅਤੇ ਐਡਵਿਨ ਐਲਡਰਿਨ। ਕਦੋਂ ਰੱਖਿਆ ਸੀਗਾ ਪੈਰ ਇਹਨਾਂ ਨੇ? 21 ਜੁਲਾਈ 1969 ਈਸਵੀ ਦੇ ਵਿੱਚ ਚੰਦ ਦੀ ਸਤਹ ਤੇ ਉਹਨਾਂ ਨੇ ਕਦਮ ਰੱਖੇ ਸੀਗੇ, ਤੇ ਇਹਨਾਂ ਨੂੰ ਪਤਾ ਲੱਗਿਆ ਉੱਥੇ ਤੁਹਾਨੂੰ ਪਹਾੜ ਅਤੇ ਘਾਟੀਆਂ ਵੀ ਵੇਖਣ ਨੂੰ ਮਿਲਦੀਆਂ ਹੈਗੀਆਂ ਨੇ। ਸਾਡੀ ਧਰਤੀ ਵਾਂਗ ਚੰਦਰਮਾ ਦੀ ਕੋਈ ਆਪਦੀ ਰੋਸ਼ਨੀ ਤਾਂ ਹੁੰਦੀ ਨਹੀਂ, ਸੋ ਸੂਰਜ ਦੀ ਹੀ ਰੋਸ਼ਨੀ ਜਿਹੜੀ ਹੈਗੀ ਆ ਜੀ ਉਹ ਸਾਨੂੰ ਵਿਖਦੀ ਹੈਗੀ ਆ, ਤੇ ਸਾਨੂੰ ਲੱਗਦਾ ਵੀ ਚੰਦਰਮਾ ਵੀ ਚਮਕ ਰਿਹਾ। ਧਰਤੀ ਤੋਂ ਦਿਸਣ ਵਾਲਾ ਚੰਨ ਦੁਰੇਡਾ ਪਾਸਾ ਵੀ ਜਦੋਂ ਵੀ ਸੂਰਜ ਦੇ ਸਾਹਮਣੇ ਹੁੰਦਾ ਹੈ ਤਾਂ ਉਹ ਵੀ ਚਮਕਦਾ ਹੈ, ਪਰ ਧਰਤੀ ਤੋਂ ਅਸੀਂ ਚੰਨ ਦੇ ਉਸ ਪਾਸੇ ਨੂੰ ਨਹੀਂ ਦੇਖ ਸਕਦੇ। ਇਸ ਸਥਿਤੀ ਨੂੰ ਆਪਾਂ ਮੱਸਿਆ ਆਖਦੇ ਹੈਗੇ ਆ। ਜਿਵੇਂ ਮੰਨ ਲਓ
ਕਿ ਇੱਧਰ ਜਿਹੜਾ ਚੰਦਰਮਾ ਹੈਗਾ ਆ ਵੀ ਜਿਹੜਾ ਸੂਰਜ ਹੈਗਾ ਆ ਇਹਦੇ ਪਿਛਲੇ ਪਾਸੇ ਚਮਕ ਰਿਹਾ, ਬਟ ਅਸੀਂ ਧਰਤੀ ਤੋਂ ਆਹ ਬਲੈਕ ਹਿੱਸਾ ਦੇਖ ਪਾ ਰਹੇ ਹਾਂ ਕਿਉਂਕਿ ਜਦੋਂ ਰੋਸ਼ਨੀ ਜਿਹੜੀ ਚੰਦਰਮਾ ਤੇ ਪੈ ਰਹੀ ਹੈ ਉਹ ਬੈਕ ਸਾਈਡ ਤੋਂ ਪੈ ਰਹੀ ਆ। ਸੋ ਆਪਣੇ ਹੋਣ ਕਰਕੇ ਥੱਲੇ ਧਰਤੀ ਦੇ ਉੱਤੇ ਆਪਾਂ ਉਸ ਹਿੱਸੇ ਨੂੰ ਨਹੀਂ ਵਿਖ ਪਾਉਂਦੇ ਤੇ ਆਪਾਂ ਨੂੰ ਲੱਗਦਾ ਆ ਕਿ ਯਾਰ ਦੇਖੋ ਚੰਦਰਮਾ ਸਾਨੂੰ ਦਿਖ ਨਹੀਂ ਰਿਹਾ, ਅੱਜ ਚੰਦਰਮਾ ਨਹੀਂ ਹੈ ਆਇਆ। ਸੋ ਇਸ ਤਰ੍ਹਾਂ ਤੁਹਾਨੂੰ ਜਿਹੜਾ ਕਿ ਮੱਸਿਆ ਜਾਂ ਫਿਰ ਪੂਰਨਮਾਸੀ ਦਾ ਨਾਮ ਦਿੰਦੇ ਹੋ ਜਦੋਂ ਚੰਦਰਮਾ ਕੰਪਲੀਟ ਹੁੰਦਾ ਆ ਜਾਂ ਫਿਰ ਚੰਦਰਮਾ ਨਹੀਂ ਹੁੰਦਾ। ਸੋ ਇਹੀ ਗੱਲ ਕੀਤੀ ਜਾ ਰਹੀ ਹੈ ਕਿ 15-15 ਦਿਨਾਂ ਤੱਕ ਤੁਹਾਨੂੰ ਵਿਖਦਾ ਹੋਣਾ ਆ ਕਿ 15 ਦਿਨਾਂ ਨੂੰ ਪੂਰਨਮਾਸੀ ਲੱਗ ਗਈ, 15 ਦਿਨਾਂ ਨੂੰ ਮੱਸਿਆ। ਸੋ ਇਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਜਿਹੜੀ ਪੂਰੀ ਪ੍ਰਕਿਰਿਆ ਹੈਗੀ ਹੈ ਨਾ, ਇਸ ਪੂਰੀ ਪ੍ਰਕਿਰਿਆ ਨੂੰ ਹੋਣ ਦੇ ਵਿੱਚ 29 ਦਿਨ ਅਤੇ 12 ਘੰਟਿਆਂ ਦਾ ਜਿਹੜਾ ਸਮਾਂ ਹੈਗਾ ਜੀ, ਇਹਦੇ ਵਿੱਚ ਸਾਰੀ ਤੁਹਾਨੂੰ ਆਹ ਜਿਹੜੀ ਫੋਟੋ ਵਿਖ ਰਹੀ ਹੈ ਜੀ, ਸਾਰੀ ਪ੍ਰਕਿਰਿਆ ਵੇਖਣ ਨੂੰ ਮਿਲਦੀ ਹੈ 29 ਦਿਨ ਅਤੇ 12 ਘੰਟਿਆਂ ਦੀ। ਪੁੱਛਲ ਤਾਰੇ ਕੀ ਹੁੰਦੇ ਆ ਜੀ, ਜਿਹਨੂੰ ਤੁਸੀਂ ਕਮੈਂਟਸ ਕਹਿ ਦਿੰਦੇ ਹੋ। ਅਦਭੁਤ ਆਕਾਸ਼ੀ ਪਿੰਡ ਹੁੰਦੇ ਆ ਜੀ, ਨੈਬੂਲੀ ਤੱਤਾਂ, ਗੈਸ, ਧੂੜ, ਮਿੱਟੀ ਆਦਿ ਦਾ ਇਹ ਸਮੂਹ ਹੁੰਦੇ ਨੇ। ਇਹ ਤਾਰੇ ਦੀ ਤਰ੍ਹਾਂ ਹੀ ਦਿਖਾਈ ਦਿੰਦੇ ਹੈਗੇ ਆ। ਇਹਨਾਂ ਦੇ ਪਿੱਛੇ ਜਿਹੜੀ ਰੋਸ਼ਨੀ ਹੁੰਦੀ ਆ ਜੀ, ਰੋਸ਼ਨੀ ਦੀ ਜਿਹੜੀ ਲੰਮੀ ਪੂਛ ਨਜ਼ਰ ਆਉਂਦੀ ਹੈਗੀ ਆ, ਇਸ ਕਰਕੇ ਆਪਾਂ ਇਹਨਾਂ ਨੂੰ ਪੁੱਛਲ ਤਾਰਾ ਕਹਿੰਦੇ ਆ, ਟੇਲਡ ਸਟਾਰ ਕਹਿੰਦੇ ਆ। ਪਿਛਲੇ ਕੁਝ ਸਾਲਾਂ ਤੋਂ ਹੈਲੇ ਨਾਮ ਦਾ ਇੱਕ ਪੁੱਛਲ ਤਾਰਾ ਜਿਹੜਾ ਹੈਗਾ ਜੀ ਚਰਚਾ ਵਿੱਚ ਹੈਗਾ ਆ, ਜਿਸ ਦਾ ਨਾਮ ਇੰਗਲੈਂਡ ਦੇ ਇੱਕ ਤਾਰਾ ਵਿਗਿਆਨੀ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਐਡਮੰਡ ਹੈਲੇ ਦੇ ਨਾਂ ਤੇ ਪਿਆ ਸੀਗਾ। ਸਾਨੂੰ ਧਰਤੀ ਤੋਂ ਵੀ ਦਿਖਾਈ ਦਿੰਦਾ ਰਿਹਾ ਆ। ਇਹ ਤਾਰਾ ਲਗਭਗ 75 ਤੇ 76 ਸਾਲਾਂ ਪਿੱਛੋਂ ਹੀ ਸਾਨੂੰ ਦਿਖਾਈ ਦਿੰਦਾ ਆ। ਛੋਟੇ ਗ੍ਰਹਿ ਦੀ ਗੱਲ ਕਰ ਲੈਂਦੇ ਆ। ਐਸਟਰੋਇਡਸ ਜਿਹੜੇ ਹੁੰਦੇ ਨੇ, ਗ੍ਰਹਿਾਂ ਤੋਂ ਇਲਾਵਾ ਬ੍ਰਹਿਮੰਡ ਵਿੱਚ ਕਈ ਛੋਟੇ ਗ੍ਰਹਿ ਵੀ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਜਿਹੜੇ ਕਿ ਸੂਰਜ ਦੇ ਦੁਆਲੇ ਘੁੰਮਦੇ ਰਹਿੰਦੇ ਆ। ਸੂਰਜ ਦੁਆਲੇ ਪਰਿਕਰਮਾ ਕਰਨ ਕਰਕੇ ਇਹ ਗ੍ਰਹਿ ਜਿਹੜੇ ਹੁੰਦੇ ਆ ਕਿਸੇ ਕਿਸਮ ਦੀ ਅਖਵਾਉਂਦੇ ਹੈਗੇ ਆ। ਇਹ ਗ੍ਰਹਿ ਦੀ ਕਿਸਮ ਹੀ ਅਖਵਾਉਂਦੇ ਹੈਗੇ ਆ, ਹਾਲਾਂਕਿ ਇਹਨਾਂ ਦਾ ਜਿਹੜਾ ਆਕਾਰ ਹੈਗਾ ਆ ਗ੍ਰਹਿ ਦੇ ਮੁਕਾਬਲੇ ਬਹੁਤ ਛੋਟਾ ਹੁੰਦਾ ਆ, ਜੋ ਕਈ ਵਾਰ ਧੂੜ ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਸਕਦਾ ਹੈ। ਗੱਲ ਆਪਾਂ ਮੀਟੀਓਰਸ ਅਤੇ ਮੀਟੀਓਰਾਈਟਸ ਦੀ ਗੱਲ ਕਰ ਲੈਂਦੇ ਆ, ਜਿਹਨੂੰ ਤੁਸੀਂ ਉਲਕਾ ਅਤੇ ਉਲਕਾ ਪਿੰਡ ਕਹਿੰਦੇ ਹੋ। ਕਈ ਵਾਰ ਤੁਸੀਂ ਤਾਰੇ ਟੁੱਟਦੇ ਵੇਖੇ ਹੋਣੇ ਆ, ਬੜੀ ਸਪੀਡ ਨਾਲ ਆਉਂਦੇ ਹੈਗੇ ਆ, ਫਿਰ ਤੁਸੀਂ ਵਿਸ਼ੇਸ ਵੀ ਮੰਗਦੇ ਹੈਗੇ ਹੋ। ਜਦੋਂ ਉਹ ਧਰਤੀ ਤੇ ਆਉਂਦੇ ਆ ਬੜੀ ਹੀ ਤੇਜ਼ੀ ਦੇ ਨਾਲ ਤੇ ਇੰਨਾ ਹੀ ਜ਼ਿਆਦਾ ਫ੍ਰਿਕਸ਼ਨ ਹੋਣ ਕਰਕੇ ਤੁਹਾਨੂੰ ਲੱਗਦਾ ਵੀ ਇਹ ਤਾਂ ਅੱਗ ਹੀ ਲੱਗ ਗਈ ਆ। ਸੋ ਜਦੋਂ ਤੁਸੀਂ ਇਹਨਾਂ ਟੁੱਟਦੇ ਤਾਰਿਆਂ ਨੂੰ ਵੇਖਦੇ ਹੋ, ਉਹ ਹੁੰਦੇ ਕੀ ਆ? ਇਹ ਮੀਟੀਓਰ ਹੁੰਦੇ ਹੈਗੇ ਆ। ਅਸਲ ਵਿੱਚ ਤਾਰੇ ਤਾਂ ਹੁੰਦੇ ਨਹੀਂ, ਉਹ ਸੂਰਜ ਮੰਡਲ ਦੇ ਵਿੱਚ ਛੋਟੇ ਛੋਟੇ ਜਿਹੜੇ ਪਦਾਰਥ ਹੁੰਦੇ ਆ, ਖਿਲਰੇ ਪਏ ਹੁੰਦੇ ਆ। ਕਈ ਵਾਰ ਉਹ ਧਰਤੀ ਦੀ ਜਿਹੜੀ ਸਤ੍ਹਾ ਤੇ ਆ ਜਾਂਦੇ ਹੈਗੇ ਆ, ਜਾਂ ਫਿਰ ਧਰਤੀ ਪਰਿਕਰਮਾ ਕਰਦੇ ਸਮੇਂ ਕਦੀ ਕਦੀ ਕਿਸੇ ਅਜਿਹੇ ਪਦਾਰਥ ਦੇ ਨੇੜੇ ਆ ਜਾਂਦੀ ਆ, ਟਕਰਾ ਜਾਂਦੀ ਹੈ, ਜਿਵੇਂ ਵੀ ਤੁਸੀਂ ਸਮਝ ਲਓ। ਤਾਂ ਉਹ ਪਦਾਰਥ ਬੜੀ ਹੀ ਤੇਜ਼ ਸਪੀਡ ਨਾਲ ਧਰਤੀ ਤੇ ਆਉਂਦਾ ਆ, ਜਿਹਦੇ ਨਾਲ ਉਹਦੇ ਵਿੱਚ ਫ੍ਰਿਕਸ਼ਨ ਕਰਕੇ ਵਾਯੂਮੰਡਲ ਹਵਾ ਨਾਲ ਰਗੜ ਕਰਕੇ ਅੱਗ ਲੱਗ ਜਾਂਦੀ ਹੈ। ਇਸ ਪਦਾਰਥ ਨੂੰ ਅੱਗ ਲੱਗ ਜਾਂਦੀ ਆ, ਜਿਸ ਕਰਕੇ ਉਸ ਦੇ ਪਿੱਛੇ ਰੌਸ਼ਨੀ ਦੀ ਜਿਹੜੀ ਲਕੀਰ ਹੈਗੀ ਆ ਜੀ, ਉਹ ਬਣ ਜਾਂਦੀ ਆ, ਜਿਸ ਨੂੰ ਕਿਹਾ ਕੀ ਜਾਂਦਾ ਆ, ਉਸ ਨੂੰ ਉਲਕਾ ਆਪਾਂ ਆਖਦੇ ਹੈਗੇ ਆ। ਉਲਕਾ ਪਿੰਡ ਕੀ ਆ ਜੀ? ਉਹ ਉਲਕਾ ਜਿਹੜੇ ਪੂਰੇ ਸੜਦੇ ਨਹੀਂ ਅਤੇ ਧਰਤੀ ਤੇ ਠੋਸ ਹਾਲਤ ਵਿੱਚ ਗਰਮ ਗੋਲੇ ਦੇ ਰੂਪ ਵਿੱਚ ਡਿੱਗ ਪੈਂਦੇ ਹੈਗੇ ਆ। ਇਹਨਾਂ ਨੂੰ ਆਪਾਂ ਕਹਿੰਦੇ ਕੀ ਆ? ਉਲਕਾ ਪਿੰਡ ਕਹਿੰਦੇ ਆ। ਜਿਵੇਂ ਕਈ ਤੁਹਾਨੂੰ ਵੱਡੇ ਮੋਗੇ ਟੋਏ ਬਣ ਜਾਂਦੇ ਹੈਗੇ ਆ। ਅਮਰੀਕਾ ਦੇ ਮਾਰੂਥਲੀ ਇਲਾਕੇ ਐਰੀਜ਼ੋਨਾ ਦਾ ਮੋਗਾ ਕ੍ਰੇਟਰ ਜਿਹੜਾ ਕਿ ਕਿਸੇ ਉਲਕਾ ਪਿੰਡ ਦੇ ਡਿੱਗਣ ਕਰਕੇ ਹੀ ਮੰਨਿਆ ਜਾਂਦਾ ਆ। ਕੁੱਲ ਮਿਲਾ ਕੇ ਗੱਲ ਇਹ ਬਣਦੀ ਆ, ਉਲਕਾ ਕੀ ਹੁੰਦਾ ਆ? ਉਲਕਾ ਜਦੋਂ ਜਿਹੜੀ ਚੀਜ਼ ਧਰਤੀ ਵਿੱਚ ਦਾਖਲ ਹੋ ਗਈ, ਉਹਦੇ ਵਿੱਚ ਅੱਗ ਲੱਗ ਗਈ ਤੇ ਉਹ ਉੱਪਰ ਹੀ ਉੱਪਰ ਖਤਮ ਵੀ ਹੋ ਗਈ, ਕਿਉਂਕਿ ਜਿਹੜੀ ਸਪੀਡ ਨਾਲ ਆਉਂਦੀ ਹੈ ਉਹ ਬਚਦਾ ਕੁਛ ਨਹੀਂ। ਪਰ ਕੋਈ ਚੀਜ਼ ਇਹੋ ਜਿਹੀ ਹੁੰਦੀ ਹੈ ਜਿਹੜਾ ਉਲਕਾ ਆ ਉਹ ਬਹੁਤ ਵੱਡਾ ਹੁੰਦਾ ਆ ਤੇ ਧਰਤੀ ਦੀ ਸਤ੍ਹਾ ਤੇ ਆ ਜਾਂਦਾ ਆ, ਉਹਨੂੰ ਤੁਸੀਂ ਉਲਕਾ ਪਿੰਡ ਦਾ ਨਾਮ ਦਿੰਦੇ ਹੋ। ਜਿਹੜੀ ਚੀਜ਼ ਬਚ ਗਈ ਉਹ ਉਲਕਾ ਪਿੰਡ, ਜਿਹੜੀ ਚੀਜ਼ ਨਾ ਬਚੀ ਉਹ ਉਲਕਾ। ਸੋ ਇੰਨੀ ਗੱਲ ਕਲੀਅਰ ਹੈ। ਧਰਤੀ ਨੁਹਾਰ ਅਤੇ ਆਕਾਰ ਦੀ ਆਪਾਂ ਗੱਲ ਇਹਦੇ ਵਿੱਚ ਕਰਾਂਗੇ ਕਿ ਜਿਹੜੀ ਧਰਤੀ ਹੈਗੀ ਆ ਸੂਰਜ ਦੁਆਲੇ ਘੁੰਮਦੀ ਰਹਿੰਦੀ ਆ। ਚੰਨ ਧਰਤੀ ਦੁਆਲੇ ਗੇੜੇ ਕੱਢਦਾ ਰਹਿੰਦਾ ਆ। ਘੁੰਮਦਿਆਂ ਹੋਇਆਂ ਇੱਕ ਸਮਾਂ ਅਜਿਹਾ ਵੀ ਆਉਂਦਾ ਆ ਜਦੋਂ ਧਰਤੀ, ਸੂਰਜ ਅਤੇ ਚੰਨ ਇੱਕੋ ਵਿਚਕਾਰ ਆ ਜਾਂਦੇ ਆ ਤੇ ਸਾਡੀ ਧਰਤੀ ਦਾ ਜਿਹੜਾ ਪਰਛਾਵਾਂ ਹੈਗਾ ਆ ਚੰਨ ਉੱਤੇ ਪੈਂਦਾ ਆ ਤੇ ਚੰਨ ਲੁਕ ਜਾਂਦਾ ਆ। ਤੇ ਇਹੋ ਜਿਹਾ ਜਦੋਂ ਪ੍ਰਤੀਤ ਹੁੰਦਾ ਆ ਵੀ ਇਹਨੂੰ ਤੁਸੀਂ ਕਹਿੰਦੇ ਕੀ ਹੋ? ਇਹਨੂੰ ਤੁਸੀਂ ਚੰਦਰਮਾ ਗ੍ਰਹਿਣ ਦਾ ਨਾਮ ਦਿੰਨੇ ਹੈਗੇ ਹੋ। ਤੇ ਆਪਣੀ ਜਿਹੜੀ ਧਰਤੀ ਹੈਗੀ ਉਹਦੀ ਸ਼ੇਪ ਕਿਹੋ ਜਿਹੀ ਹੈ? ਕਈ ਵਾਰ ਇੱਥੋਂ ਵੀ ਪ੍ਰਸ਼ਨ ਬਣ ਜਾਂਦੇ ਹੈਗੇ ਆ। ਉੱਤਰੀ ਅਤੇ ਜਿਹੜਾ ਦੱਖਣੀ ਜਿਹੜਾ ਸਿਰਾ ਆ, ਜਿਹੜਾ ਆਹ ਧਰਤੀ ਮੈਂ ਬਣਾਈ ਆ, ਆਹ ਵਾਲਾ ਹਿੱਸਾ ਤੇ ਆਹ ਵਾਲਾ ਹਿੱਸਾ ਤੁਹਾਨੂੰ ਥੋੜਾ ਜਿਹਾ ਚਪਟਾ ਵੇਖਣ ਨੂੰ ਮਿਲਦਾ ਆ, ਜਿਹਨੂੰ ਤੁਸੀਂ ਗੋਲਾਨੁਮਾ ਸਫੀਰੋਇਡ ਵੀ ਆਖ ਸਕਦੇ ਹੋ। ਸਾਡੀ ਧਰਤੀ ਜਿਹੜਾ ਚਪਟਾ ਹੈਗਾ ਆ ਓਬਲੇਟ ਸਫੀਰੋਇਡ ਹੈਗੀ ਆ, ਜਿਹਨੂੰ ਤੁਸੀਂ ਜਿਓਇਡ ਦਾ ਨਾਮ ਦਿੰਦੇ ਹੋ। ਕਾਹਦਾ ਨਾਮ ਦਿੰਦੇ ਹੋ? ਧਰਤ ਗੋਲਾ ਜਾਂ ਫਿਰ ਜਿਓਇਡ। ਜਿਓਇਡ ਇਹ ਯਾਦ ਕਰ ਲਿਓ, ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਆ। ਜਿੱਥੋਂ ਧਰਤੀ ਚਪਟੀ ਹੈਗੀ ਆ, ਜਿਵੇਂ ਆਹ ਵਾਲਾ ਜਿਹੜਾ ਹਿੱਸਾ ਆ, ਇਹਨਾਂ ਨੂੰ ਤੁਸੀਂ ਕਹਿੰਦੇ ਕੀ ਹੋ? ਇਹਨੂੰ ਤੁਸੀਂ ਧਰੁਵ ਕਹਿ ਦਿੰਦੇ ਹੋ, ਧਰੁਵ ਕਹਿ ਦਿੰਦੇ ਹੋ, ਠੀਕ ਹੈ ਜੀ। ਇਹ ਹੋ ਗਿਆ ਜੀ ਨਾਰਥ ਧਰੁਵ, ਇਹ ਹੋ ਗਿਆ ਜੀ ਸਾਊਥ ਧਰੁਵ। ਨਾਰਥ ਪੋਲ ਜਾਂ ਫਿਰ ਦੱਖਣੀ ਪੋਲ ਤੁਸੀਂ ਇਹਦਾ ਨਾਮ ਦੇ ਸਕਦੇ ਹੋ, ਜਿਵੇਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦਾ ਆਪਾਂ ਇਹਨਾਂ ਨੂੰ ਨਾਮ ਦਿੰਦੇ ਆ। ਧਰਤੀ ਦਾ ਇਹ ਜਿਹੜਾ ਧੁਰਾ ਆ ਬਿਲਕੁਲ ਸਿੱਧਾ 90 ਡਿਗਰੀ ਦਾ ਕੋਣ ਨਹੀਂ, ਬਲਕਿ ਗ੍ਰਹਿ ਪੰਧ ਨਾਲ 6.5 ਡਿਗਰੀ ਦਾ ਕੋਣ ਬਣਾਉਂਦੀ ਹੈਗੀ ਆ। ਜਿਹੜੀ ਧਰਤੀ ਹੈਗੀ ਆ ਇਸ ਧੁਰੇ ਦੁਆਲੇ ਘੁੰਮਦੀ ਆ, ਜਿਸ ਕਰਕੇ ਰਾਤ ਅਤੇ ਦਿਨ ਬਣਦੇ ਹੈਗੇ ਆ। ਧੁਰਾ ਕੀ ਹੈ ਜੀ? ਭੂਮੱਧ ਰੇਖਾ ਕੀ ਹੈਗੀ ਆ?
ਅਸਲ ਵਿੱਚ ਕਲਪਿਤ ਰੇਖਾ ਜੋ ਧਰਤੀ ਦੇ ਇੱਕ ਧਰੁਵ ਤੋਂ ਦੂਸਰੇ ਧਰੁਵ ਤੱਕ ਧਰਤੀ ਦੇ ਮੱਧ ਵਿੱਚੋਂ ਲੰਘਦੀ ਮੰਨੀ ਜਾਂਦੀ ਹੈ। ਭੂ-ਮੱਧ ਰੇਖਾ ਕੀ ਹੈ ਜੀ ਕਿ ਧਰਤੀ ਦੇ ਮੱਧ ਵਿੱਚੋਂ ਪੂਰਬ ਤੋਂ ਪੱਛਮ ਵੱਲ ਦੇ ਸਾਰੇ ਸਿਰਿਆਂ ਨੂੰ ਮਿਲਾਉਣ ਵਾਲੀ ਕਲਪਿਤ ਰੇਖਾ ਨੂੰ ਭੂ-ਮੱਧ ਰੇਖਾ ਆਖਦੇ ਹੈਗੇ ਆ। ਧਰਤੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈਗੀ ਆ। ਜਿਵੇਂ ਆ ਆਪਣੀ ਹੈਗੀ ਆ ਧਰਤੀ, ਸੋ ਆਹ ਵਾਲਾ ਜਿਹੜਾ ਹਿੱਸਾ ਲੰਘ ਰਿਹਾ ਨਾ, ਇੱਕ ਕਲਪਿਤ ਰੇਖਾ ਵੈਸੇ ਤੁਹਾਨੂੰ ਇਹ ਵੇਖਣੀ ਨਹੀਂ ਕਦੇ ਵੀ, ਮਤਲਬ ਇੱਕ ਜਿਹੜੀ ਲਾਈਨ ਇੱਥੋਂ ਆਪਾਂ ਲਗਾਉਂਦੇ ਹੈਗੇ ਆ, ਇਹਨੂੰ ਤੁਸੀਂ ਭੂ-ਮੱਧ ਰੇਖਾ ਜਾਂ ਫਿਰ ਇਕਵੇਟਰ ਦਾ ਨਾਮ ਦਿੰਦੇ ਹੋ। ਗੱਲ ਸਮਝ ਲੱਗ ਗਈ। ਆਕਾਰ ਦੀ ਵੇਖਤੇ ਗੱਲ ਕਰਦੇ ਹਾਂ। ਆਕਾਰ ਅਨੁਸਾਰ ਗ੍ਰਹਿਾਂ ਵਿੱਚੋਂ ਸਾਡੀ ਧਰਤੀ ਦਾ ਜਿਹੜਾ ਸਥਾਨ ਹੈਗਾ ਜੀ ਉਹ ਹੈਗਾ ਜੀ 5ਵਾਂ, ਤੇ ਇਹਦੇ ਵਿੱਚ ਤੁਹਾਨੂੰ ਬ੍ਰਹਿਸਪਤੀ ਪਹਿਲੇ ਨੰਬਰ ਤੇ, ਸ਼ਨੀ ਦੂਜੇ ਨੰਬਰ ਤੇ, ਤੀਸਰੇ ਨੰਬਰ ਤੇ ਯੂਰੇਨਸ, ਚੌਥੇ ਨੰਬਰ ਤੇ ਨੈਪਚੂਨ। ਵੀ ਮਤਲਬ ਕਿ ਇਹਨਾਂ ਦੇ ਮੁਕਾਬਲੇ ਜਿਹੜੀ ਆਪਣੀ ਧਰਤੀ ਹੈਗੀ ਆ ਜੀ ਉਹ ਛੋਟੀ ਹੈਗੀ ਆ, 5ਵੇਂ ਨੰਬਰ ਤੇ ਆਉਂਦਾ ਆ। ਸੋ ਇਸ ਦਾ ਜਿਹੜਾ ਵਿਆਸ ਹੈਗਾ ਜੀ ਉਹ ਤੁਹਾਨੂੰ ਕਿੰਨਾ ਵੇਖਣ ਨੂੰ ਮਿਲਦਾ ਹੈ 12,756 ਕਿਲੋਮੀਟਰ। ਧਰਤੀ ਦਾ ਜਿਹੜਾ ਘੇਰਾ ਹੈਗਾ ਆ ਉਹ ਲਗਭਗ 40,000 ਕਿਲੋਮੀਟਰ ਦਾ ਬਣਦਾ ਆ, ਤੇ ਧਰੁਵਾਂ ਵੱਲੋਂ ਇਸ ਦਾ ਜਿਹੜਾ ਵਿਆਸ ਹੈਗਾ ਆ ਉਹ ਤੁਹਾਨੂੰ ਥੋੜਾ ਜਿਹਾ ਘੱਟ ਵੇਖਣ ਨੂੰ ਮਿਲਦਾ ਆ। ਠੀਕ ਹੈ ਜੀ, ਧਰੁਵਾਂ ਵੱਲੋਂ ਵਿਆਸ ਘੱਟ ਵੇਖਣ ਨੂੰ ਮਿਲਦਾ ਹੈਗਾ ਆ 12,712 ਕਿਲੋਮੀਟਰ, ਅਰਥਾਤ ਭੂ-ਮੱਧ ਰੇਖਾ ਨਾਲੋਂ ਧਰੁਵਾਂ ਵੱਲੋਂ ਇਸ ਦਾ ਜਿਹੜਾ ਵਿਆਸ ਹੈਗਾ ਜੀ ਉਹ 44 ਕਿਲੋਮੀਟਰ ਘੱਟ ਹੈਗਾ ਆ। ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ। ਘੱਟ ਟਾਈਮ ਦੇ ਵਿੱਚ ਜ਼ਿਆਦਾ ਚੀਜ਼ਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੋਗੇ ਤਾਂ ਤੁਹਾਡੇ PSTET ਜਾਂ ਫਿਰ CTET ਦੇ ਵਿੱਚ ਨੰਬਰ ਵੀ ਚੰਗੇ ਆਉਣਗੇ। ਸੋ ਦੋਸਤੋ, ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।